प्यारे बच्चों सत श्री अकाल। अज बेटा आपां लेख रचना दे विच मेरा स्कूल लेख बारे गल करांगे। अपने पंजाबी दे पेपर दे विच लेख रचना एक महत्वपूर्ण विशा हुंदा है बेटा, जिस दे काफ़ी ज़्यादा नंबर ਪ੍ਰੀਖਿਆ ਦੇ ਵਿੱਚ ਰੱਖੇ ਹੁੰਦੇ ਆ। पर बहुती बार विद्यार्थियों ਨੂੰ ਇਹ एक खुश्क ਜਿਹਾ विशा लगता है ਤੇ ਉਹ ਇਹਦੇ ਵੱਲ ਬਹੁਤਾ ਧਿਆਨ नहीं ਦਿੰਦੇ, जद कि लेख रचना छोटियां जमातां ਦੇ ਵਿੱਚ ਹੀ ਤੁਹਾਨੂੰ ਸ਼ੁਰੂ ਕਰਵਾ ਦਿੱਤੀ ਜਾਂਦੀ है। प्राइमरी स्कूल तो ही ਤੁਸੀਂ लेख रचना करनी सिख ਜਾਂਦੇ ਹੋ। ਉੱਥੇ ਅਧਿਆਪਕ ਤੁਹਾਨੂੰ ਸੌਖਾ ਸਮਝਾਉਣ ਦੇ ਲਈ ਕਈ ਵਾਰ ਨੰਬਰਾਂ ਦੇ ਵਿੱਚ ਤੁਹਾਨੂੰ ਲੇਖ ਰਚਨਾ ਕਰਨੀ ਸ਼ੁਰੂ ਕਰਾਉਂਦੇ ਐ। 1 2 3 ਨੰਬਰ ਪਾ ਕੇ ਤੁਸੀਂ ਪਹਿਲਾਂ 5 ਸਤਰਾਂ ਫਿਰ 10 ਸਤਰਾਂ ਯਾਦ ਕਰਦੇ ਹੋ। ਉਸ ਤੋਂ ਬਾਅਦ ਅਸੀਂ ਪੈਰਿਆਂ ਦੇ ਵਿੱਚ ਇਹ ਲੇਖ ਹੈ ਜਿਹੜਾ ਉਹ ਯਾਦ ਕਰਨਾ ਸ਼ੁਰੂ ਕਰ ਦਿੰਨੇ ਆ। ਤਾਂ ਬੇਟਾ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਲੇਖ ਰਚਨਾ ਦੇ ਵਿੱਚ ਉਸੇ ਤਰ੍ਹਾਂ ਦਿਲਚਸਪੀ ਲੈਣੀ ਚਾਹੀਦੀ ਹੈ ਜਿਵੇਂ ਅਸੀਂ ਦੂਸਰੇ ਜਿਹੜੇ ਹੈ ਆਪਣੇ ਟੌਪਿਕ ਉਹ ਪੜ੍ਹਦੇ ਆਂ ਪਾਠ ਪੁਸਤਕਾਂ ਦੇ ਵਿੱਚ, ਕਹਾਣੀਆਂ ਜਾਂ ਕਵਿਤਾਵਾਂ ਜਾਂ ਵਿਆਕਰਨ ਦੇ ਵਿੱਚ ਮੁਹਾਵਰੇ। ਕਿਉਂਕਿ ਜਿਸ ਚੀਜ਼ ਬਾਰੇ ਅਸੀਂ ਆਪਣੇ ਮਨ ਦੇ ਵਿੱਚ ਉਹਨੂੰ ਔਖਾ ਮੰਨ ਲੈਂਦੇ ਆਂ, ਉਹ ਔਖੀ ਧਾਰਨਾ ਬਣਾ ਲੈਂਦੇ ਆਂ, ਫਿਰ ਬਾਅਦ ਦੇ ਵਿੱਚ ਸਾਨੂੰ ਹਮੇਸ਼ਾ ਉਹ ਔਖਾ ਹੀ ਲੱਗਦਾ ਰਹਿੰਦਾ। ਤਾਂ ਇਹ ਕੋਈ ਔਖੀ ਚੀਜ਼ ਨਹੀਂ ਹੈ, ਬਹੁਤ ਸੌਖਾ ਹੈ ਲੇਖ ਰਚਨਾ ਕਰਨਾ। ਬਸ ਉਹਦੇ ਲਈ ਸਾਨੂੰ ਆਪਣਾ ਮਨ ਹੈ ਜਿਹੜਾ ਉਹ ਤਿਆਰ ਕਰ ਲੈਣਾ ਚਾਹੀਦਾ। ਤਾਂ ਲੇਖ ਰਚਨਾ ਕਰਨ ਦੇ ਲਈ ਕੁਝ ਕੁ ਗੱਲਾਂ ਜੇ ਤੁਸੀਂ ਧਿਆਨ ਦੇ ਵਿੱਚ ਰੱਖੋ ਤਾਂ ਕਿਸੇ ਵੀ ਵਿਸ਼ੇ ਤੇ ਅਸੀਂ ਅੱਜ ਮੇਰਾ ਸਕੂਲ ਬਾਰੇ ਪੜ੍ਹਨਾ ਹੈ ਪਰ ਹੋਰ ਕੋਈ ਲੇਖ ਵੀ ਆ ਜਾਂਦਾ ਤਾਂ ਤੁਹਾਨੂੰ ਕੋਈ ਵੀ ਲੇਖ ਲਿਖਣਾ ਔਖਾ ਨਹੀਂ ਲੱਗਣਾ। ਜਿਵੇਂ ਲੇਖ ਹੈ ਜਿਹੜਾ ਉਹ ਸ਼ੁਰੂ ਦੇ ਵਿੱਚ ਹੀ ਬਹੁਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਵੀ ਸ਼ੁਰੂ ਦੇ ਵਿੱਚ ਜਦੋਂ ਤੁਸੀਂ ਲਿਖੋ ਤਾਂ ਇੰਨੀਆਂ ਵਧੀਆ ਗੱਲਾਂ ਲਿਖੋ। ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ ਜਿਹੜਾ, ਉਹਨੂੰ ਸਾਰੇ ਦਾ ਸਾਰਾ ਲੇਖ ਤੁਹਾਡਾ ਧਿਆਨ ਦੇ ਨਾਲ ਪੜ੍ਹਨਾ ਪਵੇ ਜਾਂ ਉਹਨੂੰ ਇਹ ਪਹਿਲਾਂ ਹੀ ਪਤਾ ਲੱਗ ਜੇ ਕਿ ਬੱਚਾ ਹੈ ਜਿਹੜਾ ਉਹਨੂੰ ਬਹੁਤ ਜਾਣਕਾਰੀ ਹੈ। ਸ਼ੁਰੂ ਦੇ ਵਿੱਚ ਤੁਸੀਂ ਉਹਦੇ ਉੱਤੇ ਪ੍ਰਭਾਵ ਪਾ ਲਿਆ ਬਹੁਤ ਚੰਗਾ। ਜਿਹੜਾ ਉਸ ਤੋਂ ਬਾਅਦ ਵਾਲਾ ਹਿੱਸਾ ਹੁੰਦਾ ਹੈ ਲੇਖ ਦਾ, ਉਸ ਨੂੰ ਅਸੀਂ ਲੇਖ ਦਾ ਧੜ ਕਹਿ ਦਿੰਦੇ ਹਾਂ। ਲੇਖ ਦਾ ਧੜ ਜਾਂ ਲੇਖ ਦਾ ਮੱਧ, ਇਹਦੇ ਵਿੱਚ ਆਪਾਂ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰਨੇ ਹੁੰਦੇ ਆ। ਜੋ ਵੀ ਸਾਡੇ ਮਨ ਦੇ ਵਿੱਚ ਵਿਚਾਰ ਹੈ, ਜਿਸ ਵਿਸ਼ੇ ਤੇ ਅਸੀਂ ਲੇਖ ਲਿਖਣਾ ਹੈ ਉਸ ਦੇ ਬਾਰੇ ਸਾਰੇ ਆਪਣੇ ਮਨ ਦੇ ਵਿਚਾਰ ਅਸੀਂ ਇਸ ਦੇ ਵਿੱਚ ਪ੍ਰਗਟ ਕਰ ਸਕਦੇ ਹਾਂ। ਪਰ ਸਾਡੇ ਵਿਚਾਰ ਹੈ ਜਿਹੜੇ ਉਹ ਖਾਸ ਤਰਤੀਬ ਦੇ ਵਿੱਚ ਹੋਣੇ ਚਾਹੀਦੇ ਹੈ। ਇਹ ਨਹੀਂ ਕਿ ਅਸੀਂ ਇੱਕ ਗੱਲ ਸ਼ੁਰੂ ਕੀਤੀ ਉਹਦੇ ਬਾਰੇ ਇੱਕ ਪੁਆਇੰਟ ਲਿਖਤਾ ਫਿਰ ਅਗਲੀ ਸਤਰ ਅਸੀਂ ਕਿਸੇ ਹੋਰ ਗੱਲ ਬਾਰੇ ਲਿਖਤੀ। ਇਸ ਤਰ੍ਹਾਂ ਨਹੀਂ, ਪਹਿਲਾਂ ਦਿਮਾਗ ਦੇ ਵਿੱਚ ਸੋਚਣਾ, ਤਰਤੀਬ ਬਣਾਉਣੀ ਹੈ ਆਪਣੇ ਵਿਚਾਰਾਂ ਦੀ ਤੇ ਫਿਰ ਉਸ ਤਰਤੀਬ ਨੂੰ ਲੇਖ ਦੇ ਵਿੱਚ ਪੇਸ਼ ਕਰ ਦੇਣਾ। ਜਿਹੜਾ ਅਖੀਰਲਾ ਭਾਗ ਹੁੰਦਾ ਹੈ ਉਸ ਦੇ ਵਿੱਚ ਅਸੀਂ ਆਪਣੇ ਵੱਲੋਂ ਸੰਖੇਪ ਟਿੱਪਣੀ ਦੇਣੀ ਹੁੰਦੀ ਹੈ। ਉੱਪਰ ਅਸੀਂ ਸਾਰਾ ਲੇਖ ਹੈ ਜਿਹੜਾ ਉਹ ਬਿਆਨ ਕਰਤਾ ਤਾਂ ਅਖੀਰ ਦੇ ਵਿੱਚ ਅਸੀਂ ਆਪਣੇ ਵੱਲੋਂ ਸੰਖੇਪ ਟਿੱਪਣੀ ਜਾਂ ਕਹਿ ਲਓ ਕਿ ਸਾਰੇ ਲੇਖ ਦਾ ਸਾਰ ਹੈ ਜਿਹੜਾ ਉਹ ਦੱਸਣਾ ਹੁੰਦਾ। ਤਾਂ ਕਿਸੇ ਵੀ ਵਿਸ਼ੇ ਬਾਰੇ ਅਸੀਂ ਵਧੀਆ ਸਾਰ ਤਾਂ ਹੀ ਲਿਖ ਸਕਦੇ ਹਾਂ ਜੇਕਰ ਸਾਡੀ ਜਾਣਕਾਰੀ ਕਿਸੇ ਵੀ ਚੀਜ਼ ਬਾਰੇ ਵਧੀਆ ਹੋਵੇ। ਤਾਂ ਵਧੀਆ ਜਾਣਕਾਰੀ ਪ੍ਰਾਪਤ ਕਿਵੇਂ ਕੀਤੀ ਜਾ ਸਕਦੀ ਹੈ? ਅਸੀਂ ਅਖਬਾਰਾਂ ਪੜ੍ਹੀਏ, ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਲੈ ਕੇ ਵੱਧ ਤੋਂ ਵੱਧ ਕਿਤਾਬਾਂ ਪੜ੍ਹੀਏ ਤੇ ਟੀਵੀ ਜਦੋਂ ਦੇਖੀਏ ਉਹਦੇ ਤੇ ਕੋਸ਼ਿਸ਼ ਕਰੀਏ ਕਿ ਅਸੀਂ ਵਿਦਿਅਕ ਪ੍ਰੋਗਰਾਮ ਵੱਧ ਤੋਂ ਵੱਧ ਦੇਖੀਏ। ਇਸ ਦੇ ਨਾਲ ਬੇਟਾ ਸਾਡੀ ਭਾਸ਼ਾ ਹੈ ਜਿਹੜੀ ਉਹ ਬਹੁਤ ਸਪਸ਼ਟ ਤੇ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਅਸੀਂ ਆਪਣੇ ਵਿਚਾਰਾਂ ਰਾਹੀਂ, ਭਾਸ਼ਾ ਰਾਹੀਂ ਦੂਸਰੇ ਤੇ ਬਹੁਤ ਵਧੀਆ ਪ੍ਰਭਾਵ ਪਾ ਸਕਦੇ ਹਾਂ। ਇਹ ਕਿਸੇ ਵੀ ਲੇਖ ਰਚਨਾ ਦੇ ਲਈ ਇੱਕ ਮੁੱਢਲੀ ਸ਼ਰਤ ਹੁੰਦੀ ਹੈ। ਤੇ ਸਾਡੀ ਜਿਹੜੀ ਸ਼ਬਦਾਵਲੀ ਹੈ ਲੇਖ ਦੇ ਵਿੱਚ ਉਹ ਸੌਖੀ ਹੋਣੀ ਚਾਹੀਦੀ ਹੈ। ਬਹੁਤੇ ਔਖੇ ਸ਼ਬਦਾਂ ਦੀ ਅਸੀਂ ਵਰਤੋਂ ਨਹੀਂ ਕਰਨੀ, ਤਾਂ ਹੀ ਸਾਡੀ ਭਾਸ਼ਾ ਹੈ ਜਿਹੜੀ ਉਹ ਸਰਲ ਤੇ ਸਪਸ਼ਟ ਰਹੂਗੀ।
ਬਾਕੀ ਅਸੀਂ ਕਦੇ ਵੀ ਜਿਹੜਾ ਲੇਖ ਹੈ ਉਸ ਨੂੰ ਸਤਰਾਂ ਦੇ ਵਿੱਚ ਨਹੀਂ ਲਿਖਣਾ, 1 2 3 ਪੁਆਇੰਟ ਬਣਾ ਕੇ ਕਦੇ ਨਹੀਂ ਲਿਖਣਾ। ਤਾਂ ਅਸੀਂ ਹਾਈ ਸਕੂਲ ਦੇ ਵਿੱਚ ਹਮੇਸ਼ਾ ਪੈਰਿਆਂ ਦੇ ਵਿੱਚ ਹੀ ਲੇਖ ਲਿਖਦੇ ਹਾਂ। ਜਦੋਂ ਸਾਡਾ ਇੱਕ ਵਿਚਾਰ ਖਤਮ ਹੋ ਜਾਂਦਾ ਹੈ, ਅਸੀਂ ਉੱਥੇ ਇੱਕ ਪੈਰਾ ਖਤਮ ਕਰ ਦਿੰਨੇ ਹਾਂ ਤੇ ਦੂਸਰਾ ਵਿਚਾਰ ਦੂਸਰੇ ਨਵੇਂ ਪੈਰੇ ਤੋਂ ਸ਼ੁਰੂ ਕਰਦੇ ਹਾਂ। ਤਾਂ ਪੈਰਾ ਬਣਾਉਣ ਲੱਗੇ ਵੀ ਅਸੀਂ ਧਿਆਨ ਰੱਖਣਾ ਕਿ ਥੋੜੀ ਜਿਹੀ ਕਾਪੀ ਦੇ ਵਿੱਚ ਅਸੀਂ ਸਤਰ ਛੱਡ ਕੇ ਵਿਚਕਾਰੋਂ ਪੈਰਾ ਸ਼ੁਰੂ ਕਰੀਏ ਤੇ ਹਰ ਇੱਕ ਪੈਰਾ ਉਨੀ ਕੁ ਸਤਰ ਹੈ ਜਿਹੜੀ ਉਹ ਖਾਲੀ ਛੱਡ ਕੇ ਹੀ ਬਣਾਇਆ ਜਾਵੇ। ਤਾਂ ਉਹਦੇ ਨਾਲ ਦੇਖਣ ਵਾਲੇ ਤੇ ਪੜ੍ਹਨ ਵਾਲੇ ਤੇ ਬਹੁਤ ਹੀ ਵਧੀਆ ਪ੍ਰਭਾਵ ਪੈਂਦਾ। ਵਾਕ ਹੈ ਜਿਹੜੇ ਉਹ ਆਪਣੇ ਛੋਟੇ ਛੋਟੇ ਹੋਣੇ ਚਾਹੀਦੇ। ਛੋਟੇ ਵਾਕਾਂ ਵਿੱਚ ਲਿਖਿਆ ਹੋਇਆ ਲੇਖ ਬਹੁਤ ਪ੍ਰਭਾਵਸ਼ਾਲੀ ਬਣਦਾ ਹੈ। ਇਹਦੇ ਵਿੱਚ ਅਸੀਂ ਅਖਾਣ, ਮੁਹਾਵਰੇ ਜਾਂ ਕੋਈ ਗੀਤ ਕਵਿਤਾ ਦੀਆਂ ਛੋਟੀਆਂ-ਛੋਟੀਆਂ ਤੁਕਾਂ ਜਾਂ ਕਿਸੇ ਮਹਾਨ ਵਿਅਕਤੀ ਦੇ ਵਿਚਾਰ ਇਹ ਸਾਰੇ ਪੇਸ਼ ਕਰ ਸਕਦੇ ਹਾਂ। ਇਸ ਦੇ ਨਾਲ ਲੇਖ ਰਚਨਾ ਦਾ ਮਹੱਤਵ ਬਹੁਤ ਹੀ ਵੱਧ ਜਾਂਦਾ। ਤਾਂ ਸ਼ਬਦ ਜੋੜਾਂ ਵੱਲ ਸਾਨੂੰ ਲੇਖ ਰਚਨਾ ਸਮੇਂ ਖਾਸ ਧਿਆਨ ਦੇਣਾ ਚਾਹੀਦਾ। ਸ਼ਬਦ ਜੋੜਾਂ ਦੀ ਗਲਤੀਆਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਤਾਂ ਇਹ ਗਲਤੀਆਂ ਸੁਧਾਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਹਫ਼ਤੇ ਦੇ ਵਿੱਚ ਘੱਟੋ ਘੱਟ ਇੱਕ ਵਾਰ ਅਸੀਂ ਲੇਖ ਰਚਨਾ ਜ਼ਰੂਰ ਕਰਕੇ ਦੇਖੀਏ। ਆਪਦੇ ਵੱਲੋਂ ਕਾਪੀ ਤੇ 3-4 ਸਫ਼ੇ ਹੈ ਜਿਹੜੇ ਉਹ ਆਪਣੇ ਵਿਚਾਰਾਂ ਦੇ ਜ਼ਰੂਰ ਲਿਖੀਏ। ਤਾਂ ਹੌਲੀ ਹੌਲੀ ਜਦੋਂ ਅਸੀਂ ਅਭਿਆਸ ਕਰਦੇ ਜਾਵਾਂਗੇ ਤਾਂ ਇਹ ਸ਼ਬਦ ਜੋੜਾਂ ਦੀਆਂ ਗਲਤੀਆਂ ਸਾਡੀਆਂ ਘਟਦੀਆਂ ਜਾਣਗੀਆਂ, ਕਿਉਂਕਿ ਗਲਤ ਲਿਖਤ ਹੈ ਜਿਹੜੀ ਉਸਨੂੰ ਕੋਈ ਪਸੰਦ ਨਹੀਂ ਕਰਦਾ। ਲੇਖ ਲਿਖਦੇ ਸਮੇਂ ਬੇਟਾ ਵਿਸ਼ਰਾਮ ਚਿੰਨ੍ਹਾਂ ਦਾ ਵੀ ਧਿਆਨ ਰੱਖਣਾ ਹੈ। ਕਈ ਵਾਰ ਅਸੀਂ ਇਹਨਾਂ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ। ਜਿੱਥੇ ਕੌਮਾ ਲਾਉਣਾ ਅਸੀਂ ਕੌਮਾ ਨਹੀਂ ਲਾਉਂਦੇ, ਜਿੱਥੇ ਵਿਚਾਰ ਖਤਮ ਹੋ ਗਿਆ ਅਸੀਂ ਡੰਡੀ ਨਹੀਂ ਲਾਉਂਦੇ। ਤਾਂ ਇਸ ਦੇ ਨਾਲ ਸਾਡੀ ਅੱਗੜ ਦੁਗੜੀ ਸ਼ਖਸੀਅਤ ਦਾ ਦੂਸਰੇ ਤੇ ਪ੍ਰਭਾਵ ਪੈਂਦਾ ਹੈ। ਤਾਂ ਸਹੀ ਪ੍ਰਭਾਵ ਪਾਉਣ ਦੇ ਲਈ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਹੈ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ। ਜੇ ਅਸੀਂ ਇਹਨਾਂ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਗੱਲਬਾਤ ਦੇ ਅਰਥਾਂ ਦੇ ਵਿੱਚ ਬਹੁਤ ਬਦਲਾਵ ਆ ਜਾਂਦਾ ਹੈ, ਬਹੁਤ ਸਾਰਾ ਫਰਕ ਪੈ ਜਾਂਦਾ। ਉਸ ਤੋਂ ਬਾਅਦ ਬੇਟਾ ਲੇਖ ਹੈ ਜਿਹੜਾ ਉਹ ਤੁਸੀਂ ਇਹ ਜ਼ਰੂਰ ਦੇਖਣਾ ਪ੍ਰੀਖਿਆ ਦੇ ਵਿੱਚ ਕਿ ਉਹ ਕਿੰਨੇ ਨੰਬਰ ਦਾ। ਉਸ ਨੰਬਰ ਦੇ ਆਧਾਰ ਤੇ ਹੀ ਅਸੀਂ ਲੇਖ ਦੀ ਲੰਬਾਈ ਹੈ ਜਿਹੜੀ ਉਹ ਨਿਸ਼ਚਿਤ ਕਰਦੇ ਹਾਂ। ਜੇ 5 ਨੰਬਰ ਦਾ ਲੇਖ ਪੁੱਛਿਆ ਜਾਂਦਾ ਹੈ ਤਾਂ ਅਸੀਂ ਲੇਖ ਦਾ ਆਕਾਰ ਥੋੜਾ ਜਿਹਾ ਛੋਟਾ ਰੱਖਾਂਗੇ। 10 ਨੰਬਰ ਦਾ ਪੁੱਛਿਆ ਜਾਂਦਾ ਹੈ ਤਾਂ ਵੱਡਾ, 15 ਨੰਬਰ ਦਾ ਪੁੱਛਿਆ ਜਾਂਦਾ ਹੈ ਤਾਂ ਉਸ ਤੋਂ ਵੀ ਵੱਡਾ। ਤਾਂ ਨੰਬਰਾਂ ਦੇ ਆਧਾਰ ਤੇ ਹੀ ਅਸੀਂ ਲੇਖ ਦੀ ਲੰਬਾਈ ਹੈ ਜਿਹੜੀ ਉਹ ਨਿਸ਼ਚਿਤ ਕਰਦੇ ਹਾਂ। ਇਸ ਤੋਂ ਇਲਾਵਾ ਕਈ ਵਾਰ ਉੱਤੇ ਸ਼ਬਦਾਂ ਦੀ ਗਿਣਤੀ ਵੀ ਦਿੱਤੀ ਹੁੰਦੀ ਹੈ ਕਿ ਲੇਖ ਲਿਖੋ ਪਰ ਉਸਦੇ ਸ਼ਬਦ ਹੈ ਜਿਹੜੇ ਉਹ ਇੰਨੇ ਹੀ ਹੋਣੇ ਚਾਹੀਦੇ ਹੈ, 200-250 ਤੱਕ। ਤਾਂ ਅਸੀਂ ਉਨੇ ਕੁ ਸ਼ਬਦ ਹੈ ਜਿਹੜੇ ਉਹ ਹੀ ਲਿਖਣੇ ਹੈ। ਬਹੁਤਾ ਜ਼ਿਆਦਾ ਵਿਸਥਾਰ ਜਾਂ ਬਹੁਤੀ ਸੰਖੇਪਤਾ ਹੈ ਜਿਹੜੀ ਉਹ ਚੰਗੀ ਨਹੀਂ। ਤਾਂ ਜਿੰਨਾ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਤੁਸੀਂ ਓਨਾ ਹੀ ਲਿਖੋ। ਬੇਮਤਲਬ ਦੀਆਂ ਗੱਲਾਂ ਜਿਹੜੀਆਂ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਤੇ ਲੇਖ ਹੈ ਬੇਟਾ ਉਹਨੂੰ ਇਹ ਨਹੀਂ ਕਿ ਤੁਸੀਂ ਲੇਖ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ, ਰੱਟੇ ਮਾਰਨੇ ਸ਼ੁਰੂ ਕਰ ਦਿਓ। ਲੇਖ ਹੈ ਜਿਹੜਾ ਉਹ ਅਸੀਂ ਰੱਟੇ ਨਹੀਂ ਮਾਰਨੇ, ਇਸ ਤਰ੍ਹਾਂ ਨਾਲ ਯਾਦ ਨਹੀਂ ਕਰਨਾ। ਜੇ ਕਿਸੇ ਵਿਸ਼ੇ ਬਾਰੇ ਸਾਡੇ ਮਨ ਦੇ ਵਿੱਚ ਸਪਸ਼ਟਤਾ ਹੈ, ਸਾਨੂੰ ਉਹਦੇ ਬਾਰੇ ਗਿਆਨ ਹੈ, ਤਾਂ ਸਾਨੂੰ ਰੱਟੇ ਮਾਰਨ ਦੀ ਲੋੜ ਨਹੀਂ ਪੈਂਦੀ। ਸਿਰਫ ਅਸੀਂ ਆਪਣੇ ਵਿਚਾਰਾਂ ਨੂੰ ਇੱਕ ਤਰਤੀਬ ਦੇਣੀ ਹੈ ਤੇ ਉਸ ਤਰਤੀਬ ਦੇ ਰਾਹੀਂ ਹੀ ਅਸੀਂ ਬਹੁਤ ਵਧੀਆ ਲੇਖ ਹੈ ਜਿਹੜਾ ਉਹ ਲਿਖ ਸਕਦੇ ਹਾਂ। ਤਾਂ ਇਹ ਲੇਖ ਹੈ ਬੇਟੇ ਜਿਹੜੇ ਉਹ ਕਿਸੇ ਤਰ੍ਹਾਂ ਦੀ ਯਾਤਰਾ ਬਾਰੇ ਜਾਂ ਕਿਸੇ ਵਿਅਕਤੀ ਦੇ ਉੱਤੇ, ਕਿਸੇ ਗੁਰੂ ਦੇ ਉੱਤੇ ਹੋ ਸਕਦੇ ਹੈ, ਜਾਂ ਇਹ ਕਿਸੇ ਇੱਕ ਵਿਚਾਰ ਦੇ ਉੱਤੇ ਹੋ ਸਕਦੇ ਹੈ, ਜਾਂ ਕਿਸੇ ਦ੍ਰਿਸ਼ ਤੇ ਹੋ ਸਕਦੇ ਹੈ। ਤਾਂ ਲੇਖ ਹੈ ਜਿਹੜੇ ਉਹ ਬਹੁਤ ਤਰ੍ਹਾਂ ਦੇ ਹੁੰਦੇ ਹੈ। ਤੁਸੀਂ ਕੋਸ਼ਿਸ਼ ਇਹ ਕਰੋ ਕਿ ਇਸ ਤਰ੍ਹਾਂ ਦੇ ਜਿਹੜੇ ਵੱਡੇ ਪ੍ਰਸ਼ਨ ਹੁੰਦੇ ਹੈ ਉਹਨੂੰ ਪੇਪਰ ਦੇ ਵਿੱਚ ਅਖੀਰ ਤੇ ਕਰੋ, ਕਿਉਂਕਿ ਅਖੀਰ ਤੇ ਜਦੋਂ ਅਸੀਂ ਇਸ ਤਰ੍ਹਾਂ ਦਾ ਵੱਡਾ ਪ੍ਰਸ਼ਨ ਹੈ ਜਿਹੜਾ ਉਹ ਹੱਲ ਕਰਦੇ ਹਾਂ
ਤਾਂ ਸਾਨੂੰ ਸਮਾਂ ਖਤਮ ਹੋਣ ਦੀ ਚਿੰਤਾ ਨਹੀਂ ਰਹਿੰਦੀ। ਅਸੀਂ ਆਪਣੇ ਹਿਸਾਬ ਦੇ ਨਾਲ ਇਸ ਨੂੰ ਹੱਲ ਕਰ ਸਕਦੇ ਹਾਂ। ਕੋਸ਼ਿਸ਼ ਕਰੋ ਕਿ ਲਿਖਦੇ ਸਮੇਂ ਬਹੁਤੀ ਕਟਾਵੱਡੀ ਨਾ ਹੋਵੇ, ਕਿਉਂਕਿ ਫਿਰ ਲਿਖਤ ਹੈ ਜਿਹੜੀ ਉਹ ਸੁੰਦਰ ਨਹੀਂ ਲੱਗਦੀ। ਜੇ ਸਮਾਂ ਹੋਵੇ ਤਾਂ ਲੇਖ ਲਿਖਣ ਤੋਂ ਬਾਅਦ ਇੱਕ ਵਾਰ ਉਸ ਨੂੰ ਪੜ੍ਹ ਜ਼ਰੂਰ ਲੈਣਾ ਚਾਹੀਦਾ ਹੈ। ਉਹਦੇ ਨਾਲ ਅਸੀਂ ਆਪਣੀਆਂ ਬਹੁਤੀਆਂ ਗਲਤੀਆਂ ਆਪ ਹੀ ਠੀਕ ਕਰ ਲੈਂਦੇ ਹਾਂ। ਤਾਂ ਜੇ ਅਸੀਂ ਬੇਟਾ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਕੋਈ ਵੀ ਲੇਖ ਪੇਪਰ ਦੇ ਵਿੱਚ ਲਿਖੀਏ ਤਾਂ ਸਾਡਾ ਲੇਖ ਬਹੁਤ ਹੀ ਪ੍ਰਭਾਵਸ਼ਾਲੀ ਹੋਵੇਗਾ ਤੇ ਸਾਨੂੰ ਉਹਦੇ ਵਿੱਚੋਂ ਬਹੁਤ ਸੋਹਣੇ ਨੰਬਰ ਮਿਲਣਗੇ। ਹੁਣ ਅਸੀਂ ਮੇਰਾ ਸਕੂਲ ਲੇਖ ਬਾਰੇ ਗੱਲ ਕਰਨੀ ਹੈ। ਤਾਂ ਛੋਟੀਆਂ ਕਲਾਸਾਂ ਤੋਂ ਹੀ ਤੁਸੀਂ ਇਹ ਸਕੂਲ ਦਾ ਲੇਖ ਪੜ੍ਹਨਾ ਸ਼ੁਰੂ ਕਰ ਦਿੰਦੇ ਹੋ। ਤਾਂ ਉਹਦੇ ਲਈ ਬੇਟਾ ਜ਼ਰੂਰੀ ਹੈ ਕਿ ਤੁਸੀਂ ਕਲਪਨਾ ਦੇ ਵਿੱਚ ਆਪਣੇ ਸਕੂਲ ਦੀ ਤਸਵੀਰ ਨੂੰ ਪਹਿਲਾਂ ਸਾਹਮਣੇ ਲੈ ਕੇ ਆਓ। ਜਦੋਂ ਅਸੀਂ ਆਪਣੇ ਸਕੂਲ ਦੀ ਤਸਵੀਰ ਸਾਹਮਣੇ ਲਿਆਉਂਦੇ ਹਾਂ ਤਾਂ ਉਹਦੇ ਵਿੱਚ ਕੀ ਕੁਛ ਹੈ ਸਕੂਲ ਦੇ ਵਿੱਚ, ਤੇ ਉਹ ਤੁਹਾਡੇ ਪਿੰਡ ਤੋਂ ਕਿੰਨੀ ਕੁ ਦੂਰ ਹੈ, ਪਿੰਡ ਤੋਂ ਜਾਂ ਸ਼ਹਿਰ ਤੋਂ ਕਿੱਥੇ ਬਣਿਆ ਹੋਇਆ ਹੈ, ਕਿਹੋ ਜਿਹਾ ਆਲਾ ਦੁਆਲਾ ਹੈ ਉਹਦਾ। ਉਸ ਤੋਂ ਬਾਅਦ ਜਦੋਂ ਸਕੂਲ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ, ਸਾਡੇ ਸਕੂਲ ਦੀ ਇਮਾਰਤ ਕਿਸ ਤਰ੍ਹਾਂ ਦੀ ਹੈ, ਇਮਾਰਤ ਭਾਵ ਉਸ ਦੇ ਵਿੱਚ ਕਿੰਨੇ ਕਮਰੇ ਹੈ, ਕਿੰਨੀਆਂ ਜਮਾਤਾਂ ਦੇ ਕਮਰੇ ਹੈ, ਤਾਂ ਕਮਰਿਆਂ ਤੋਂ ਇਲਾਵਾ ਹੋਰ ਕੀ ਕੀ ਹੈ ਸਕੂਲ ਦੇ ਵਿੱਚ। ਸਾਡੇ ਮੁੱਖ ਅਧਿਆਪਕ ਦਾ ਕਮਰਾ ਹੈ, ਕੰਪਿਊਟਰ ਲੈਬ ਹੈ, ਸਾਇੰਸ ਲੈਬ ਹੈ, ਲਾਇਬ੍ਰੇਰੀ ਹੈ, ਡਰਾਇੰਗ ਕਮਰਾ ਹੈ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ 'ਚ ਰੱਖ ਲਈਏ ਪਹਿਲਾਂ। ਉਸ ਤੋਂ ਬਾਅਦ ਸਾਡੇ ਸਕੂਲ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਕਿੱਥੇ ਬੈਠਦੇ ਹੈ, ਕਿੰਨੇ ਅਧਿਆਪਕ ਹੈ, ਕਿੰਨੇ ਵਿਦਿਆਰਥੀ ਹੈ, ਕਿਹੋ ਜਿਹਾ ਉਹ ਸਾਨੂੰ ਪੜ੍ਹਾਉਂਦੇ ਹੈ। ਉਸ ਤੋਂ ਬਾਅਦ ਬੇਟਾ ਕਿੰਨੇ ਕੁ ਗਰਾਊਂਡ ਹੈ ਤੁਹਾਡੇ ਸਕੂਲ ਦੇ ਵਿੱਚ, ਕਿਹੜੀਆਂ ਕਿਹੜੀਆਂ ਖੇਡਾਂ ਹੁੰਦੀਆਂ ਨੇ ਉੱਥੇ, ਜਾਂ ਕਿਹੜੇ ਕਿਹੜੇ ਤੁਸੀਂ ਖੇਡਾਂ ਦੇ ਵਿੱਚ ਵਿਦਿਆਰਥੀ ਭਾਗ ਲੈਂਦੇ ਹੈ, ਕੌਣ ਤੁਹਾਨੂੰ ਖੇਡਾਂ ਕਰਵਾਉਂਦਾ ਹੈ। ਤਾਂ ਸਕੂਲ ਦੇ ਵਿੱਚ ਆਲਾ ਦੁਆਲਾ ਕਿਸ ਤਰ੍ਹਾਂ ਦਾ ਹੈ, ਕਿ ਤੁਹਾਡੇ ਸਕੂਲ ਦੇ ਵਿੱਚ ਸੋਹਣੇ ਘਾਹ ਲੱਗਿਆ ਹੋਇਆ, ਸੋਹਣੇ ਮੈਦਾਨ ਹੈ, ਫੁੱਲ ਲੱਗੇ ਹੋਏ ਨੇ, ਦਰਖਤ ਲੱਗੇ ਹੋਏ ਨੇ, ਪਾਣੀ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ, ਬਿਜਲੀ ਦਾ ਪ੍ਰਬੰਧ ਕਿਹੋ ਜਿਹਾ ਹੈ, ਰੌਸ਼ਨੀ ਬਾਹਰੋਂ ਆਉਂਦੀ ਹੈ, ਬਹੁਤਾ ਹਨੇਰਾ ਨਹੀਂ ਕਮਰਿਆਂ ਦੇ ਵਿੱਚ। ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਅਨੁਸ਼ਾਸਨ ਹੈ, ਕਿਵੇਂ ਤੁਸੀਂ ਆਪਣੀ ਸਵੇਰ ਦੀ ਸਭਾ ਕਰਦੇ ਹੋ, ਕਿਸ ਤਰ੍ਹਾਂ ਦੀਆਂ ਵਰਦੀਆਂ ਪਾਉਂਦੇ ਹੋ, ਤਾਂ ਕਿਸ ਤਰ੍ਹਾਂ ਦਾ ਤੁਹਾਡੇ ਸਕੂਲ 'ਚ ਮਾਹੌਲ ਹੈ। ਜਦੋਂ ਕਲਾਸਾਂ ਲੱਗਦੀਆਂ ਨੇ, ਪੜ੍ਹਾਈ ਹੁੰਦੀ ਹੈ, ਉਸ ਤੋਂ ਬਾਅਦ ਕਿੰਨੇ ਕੁ ਵਿਦਿਆਰਥੀ ਬਾਹਰ ਤੁਰੇ ਫਿਰਦੇ ਨੇ, ਜਾਂ ਗੱਪਾਂ ਮਾਰਦੇ ਹੈ, ਫੁੱਲ ਤੋੜਦੇ ਹੈ, ਗਮਲਿਆਂ ਦੀ ਦੇਖਭਾਲ ਕਰਦੇ ਹੈ ਕਿ ਨਹੀਂ ਕਰਦੇ, ਜਾਂ ਸਫਾਈ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਹੈ। ਉਸ ਤੋਂ ਇਲਾਵਾ ਤੁਸੀਂ ਪ੍ਰੋਜੈਕਟਰ ਰਾਹੀਂ ਜਾਂ ROT ਲੈਬ ਦੇ ਵਿੱਚ ਆਪਣਾ ਲੈਕਚਰ ਸੁਣਦੇ ਹੋ। ਤੁਹਾਡੇ ਸਕੂਲ ਦੇ ਵਿੱਚ ਖਾਣੇ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੈ, ਖਾਣਾ ਤੁਸੀਂ ਕਿੱਥੇ ਬੈਠ ਕੇ ਖਾਂਦੇ ਹੋ, ਕਿਹੜੇ ਕਿਹੜੇ ਵਿਦਿਆਰਥੀ ਕਿਹੜੀਆਂ ਜਮਾਤਾਂ ਦੇ ਖਾਣਾ ਖਾਂਦੇ ਹੈ, ਦੂਸਰੇ ਅੱਧੀ ਛੁੱਟੀ ਵੇਲੇ ਕੀ ਕਰਦੇ ਹੈ। ਇਸ ਤੋਂ ਇਲਾਵਾ ਕੋਈ ਹੋਰ ਵਿਸ਼ੇਸ਼ ਗੱਲ ਤੁਹਾਡੇ ਸਕੂਲ ਦੇ ਵਿੱਚ, ਕੋਈ ਵਿਸ਼ੇਸ਼ ਚੀਜ਼ ਹੋਵੇ, ਜਿਵੇਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ, ਉੱਥੇ ਹੀ ਉਹ ਸਬਜ਼ੀਆਂ ਤੋੜ ਕੇ ਖਾਣਾ ਬਣਾਇਆ ਜਾਂਦਾ ਹੈ, ਜਾਂ ਸਕੂਲਾਂ ਦੇ ਵਿੱਚ ਖਾਦ ਬਣਾਉਣ ਦੇ ਲਈ ਇੰਤਜ਼ਾਮ ਕੀਤੇ ਹੁੰਦੇ ਹੈ, ਟੋਏ ਪੱਟੇ ਹੁੰਦੇ ਆ ਬਹੁਤ ਗਹਿਰੇ, ਤਾਂ ਉਹਨਾਂ ਦੇ ਵਿੱਚ ਕੂੜਾ ਕਰਕਟ ਹੈ ਜਿਹੜਾ ਉਹ 2 ਭਾਗਾਂ ਦੇ ਵਿੱਚ ਵੰਡ ਕੇ ਜਮ੍ਹਾਂ ਕੀਤਾ ਜਾਂਦਾ ਹੈ। ਜਾਂ ਅਸੀਂ ਜੜੀ ਬੂਟੀਆਂ ਵਾਲੇ, ਦਵਾਈਆਂ ਵਾਲੇ ਕੁਝ ਪੌਦੇ ਹੈ ਜਿਹੜੇ ਉਹ ਲਾਏ ਹੁੰਦੇ ਨੇ। ਤੁਹਾਡੇ ਕਮਰਿਆਂ ਦੇ ਵਿੱਚ ਵਿਦਿਆਰਥੀਆਂ ਦੁਆਰਾ ਬਣਾਏ ਚਾਰਟ, ਲਾਇਬ੍ਰੇਰੀ ਦੀਆਂ ਕਿਤਾਬਾਂ, ਇਹ ਸਾਰੀਆਂ ਹਰ ਸਕੂਲ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਤਾਂ ਹੁਣ ਤੁਸੀਂ ਮੇਰੇ ਨਾਲ ਆਪਣੇ ਸਕੂਲ ਦੀ ਸਾਰੇ ਦੀ ਸੈਰ ਕਰ ਲਈ, ਉਹਦੇ ਇਮਾਰਤਾਂ ਬਾਰੇ ਵੀ ਜਾਣ ਲਿਆ, ਦੇਖ ਲਿਆ, ਉਹਦੇ ਕਮਰਿਆਂ ਬਾਰੇ, ਕਿਹੜੇ ਕਿਹੜੇ ਕਮਰੇ ਨੇ, ਹੋਰ ਹਰ ਇੱਕ ਪੱਖ ਹੈ ਜਿਹੜਾ ਉਹ ਅਸੀਂ
ਦੇਖ ਲਿਆ ਸਕੂਲ ਦੇ ਵਿੱਚ, ਤਾਂ ਹੁਣ ਬੇਟਾ ਸਕੂਲ ਦਾ ਲੇਖ ਲਿਖਣਾ ਤੁਹਾਡੇ ਲਈ ਬਿਲਕੁਲ ਵੀ ਮੁਸ਼ਕਲ ਨਹੀਂ। ਬਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਪੇਜ ਤੇ ਇਹਨੂੰ ਉਤਾਰਨਾ, ਇੱਕ ਸਫ਼ੇ ਤੇ ਉਤਾਰਨਾ ਕੋਈ ਮੁਸ਼ਕਲ ਨਹੀਂ ਹੈ। ਤਾਂ ਜਿਵੇਂ ਜਿਵੇਂ ਆਪਾਂ ਗੱਲਾਂ ਕੀਤੀਆਂ ਨੇ ਉਵੇਂ ਉਵੇਂ ਅਸੀਂ ਇਹ ਸਕੂਲ ਦਾ ਲੇਖ ਹੈ ਜਿਹੜਾ ਉਹ ਕਾਗਜ਼ ਤੇ ਲਿਖਦੇ ਜਾਵਾਂਗੇ। ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਸ਼ੁਰੂਆਤ ਹੈ ਜਿਹੜੀ ਉਹਦੇ ਵਿੱਚ ਆਪਾਂ ਭੂਮਿਕਾ ਬੰਨਣੀ ਹੁੰਦੀ ਹੈ, ਜਿਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਸਕੂਲ ਹੈ ਜਿਹੜਾ ਉਸ ਦਾ ਵਿਦਿਆਰਥੀਆਂ ਦੇ ਜੀਵਨ ਦੇ ਵਿੱਚ ਬਹੁਤ ਯੋਗਦਾਨ ਹੁੰਦਾ, ਕਿਉਂਕਿ ਇਹ ਸਕੂਲ ਦਾ ਮਾਹੌਲ ਕਿਸੇ ਵਿਦਿਆਰਥੀ ਦੀ ਜ਼ਿੰਦਗੀ ਬਣਾ ਵੀ ਸਕਦਾ ਹੈ ਤੇ ਉਹਨੂੰ ਵਿਗਾੜ ਵੀ ਸਕਦਾ ਹੈ। ਤਾਂ ਅਸੀਂ ਕਿਸੇ ਸਕੂਲ ਬਾਰੇ 100 ਵਾਰ ਪਹਿਲਾਂ ਪਤਾ ਕਰਦੇ ਹਾਂ ਕਿ ਕਿੱਥੇ ਦਾਖਲਾ ਲਈਏ, ਫਿਰ ਅਸੀਂ ਉਸ ਸਕੂਲ 'ਚ ਦਾਖਲਾ ਲੈਂਦੇ ਹਾਂ ਤੇ ਅਸੀਂ ਬਹੁਤ ਖੁਸ਼ਨਸੀਬ ਹੈ ਕਿ ਸਾਨੂੰ ਬਹੁਤ ਵਧੀਆ ਸਕੂਲਾਂ ਦੇ ਵਿੱਚ ਦਾਖਲਾ ਮਿਲਿਆ। ਉਸ ਤੋਂ ਬਾਅਦ ਬੇਟਾ ਸਕੂਲ ਦਾ ਨਾਂ ਲਿਖਣਾ ਹੈ ਆਪਾਂ, ਕਿ ਸਾਡੇ ਸਕੂਲ ਦਾ ਨਾਂ, ਜੋ ਵੀ ਤੁਹਾਡੇ ਸਕੂਲ ਦਾ ਨਾਂ ਹੈ, ਜਿਵੇਂ ਸਰਕਾਰੀ ਹਾਈ ਸਕੂਲ ਗਿੱਦੜ ਹੈ, ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਫਿਰ ਅਸੀਂ ਇਸ ਦੇ ਆਲੇ ਦੁਆਲੇ ਬਾਰੇ ਦੱਸਣਾ ਹੈ ਕਿ ਬਹੁਤ ਵਧੀਆ ਖੁੱਲੀ ਸੋਹਣੀ ਥਾਂ ਤੇ ਬਣਿਆ ਹੋਇਆ ਹੈ, ਇੱਥੇ ਕੋਈ ਪ੍ਰਦੂਸ਼ਣ ਨਹੀਂ ਹੈ, ਬਹੁਤ ਸੋਹਣੇ ਦਰਖਤ ਲੱਗੇ ਨੇ ਆਸੇ-ਪਾਸੇ। ਫਿਰ ਸਕੂਲ ਦੀ ਇਮਾਰਤ ਬਾਰੇ ਬੇਟਾ, ਕਿ ਇਹਦੀ ਇਮਾਰਤ ਬਹੁਤ ਹੀ ਸੋਹਣੀ ਹੈ, ਇੰਨਾ ਸੋਹਣਾ ਇਹਦਾ ਨਕਸ਼ਾ ਹੈ, ਚਾਰੇ ਪਾਸਿਓਂ ਸਕੂਲ ਹੈ ਜਿਹੜਾ ਉਹ ਕਮਰਿਆਂ ਦੇ ਨਾਲ ਸਜਿਆ ਹੋਇਆ ਹੈ। ਇਹ ਆਧੁਨਿਕ ਕਿਸਮ ਦੀ ਇਮਾਰਤ ਹੈ ਜਿਸ ਦੇ ਵਿੱਚ ਜਿੰਨੇ ਕਮਰੇ ਤੁਹਾਡੇ ਸਕੂਲ ਦੇ ਵਿੱਚ ਹੋਣ, 8, 10, 12, 15, ਅਸੀਂ ਉਹ ਗਿਣਤੀ ਲਿਖ ਸਕਦੇ ਹਾਂ ਕਿ ਇਹ ਸਾਰੇ ਕਮਰੇ ਬਹੁਤ ਖੁੱਲ੍ਹੇ ਤੇ ਹਵਾਦਾਰ ਹੈ। ਇਹਨਾਂ ਕਮਰਿਆਂ ਦੇ ਵਿੱਚ ਪੱਖੇ ਲੱਗੇ ਹੋਏ ਨੇ, ਬਿਜਲੀ ਦਾ ਪ੍ਰਬੰਧ ਹੈ। ਉਸ ਤੋਂ ਬਾਅਦ ਇਮਾਰਤ ਦੇ ਵਿੱਚ ਜਿਵੇਂ ਮੁੱਖ ਅਧਿਆਪਕ ਦਾ ਕਮਰਾ ਹੈ, ਉਸ ਕਮਰੇ ਦੇ ਵਿੱਚ ਸਾਰਾ ਕਮਰਾ ਬਹੁਤ ਸੋਹਣਾ ਤਸਵੀਰਾਂ ਦੇ ਨਾਲ ਸਜਿਆ ਹੋਇਆ ਹੈ, ਜਿਸ ਦੇ ਵਿੱਚ ਇੱਕ ਬਹੁਤ ਵੱਡਾ ਮੇਜ਼, ਕੁਰਸੀ ਤੇ ਆਸੇ-ਪਾਸੇ ਸੋਫੇ ਲੱਗੇ ਹੋਏ ਨੇ। ਉਸ ਦੇ ਨਾਲ ਹੀ ਕਲਰਕ ਸਰ ਦਾ ਕਮਰਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਅਲਮਾਰੀਆਂ ਹਨ। ਉਸ ਕਮਰੇ ਦੇ ਵਿੱਚ ਵੀ ਬੈਠਣ ਦੇ ਲਈ ਇੱਕ ਕੁਰਸੀ, ਮੇਜ਼ ਤੇ ਸਾਹਮਣੇ 4 ਕੁਰਸੀਆਂ ਲੱਗੀਆਂ ਹੋਈਆਂ ਹਨ। ਫਿਰ ਉਸ ਤੋਂ ਬਾਅਦ ਸਾਡੇ ਸਕੂਲ ਦੇ ਵਿੱਚ ਸਾਇੰਸ ਲੈਬ ਹੈ। ਸਾਇੰਸ ਲੈਬ ਦੇ ਵਿੱਚ ਸਾਇੰਸ ਦੇ ਅਧਿਆਪਕ ਦੀ ਕੁਰਸੀ, ਮੇਜ਼, ਬਹੁਤ ਸਾਰੀਆਂ ਅਲਮਾਰੀਆਂ, ਬਹੁਤ ਸਾਰੇ ਕੱਚ ਦੇ ਬੀਕਰ ਜਿਨ੍ਹਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਜੀਵ ਜੰਤੂ ਤੇ ਤੇਜ਼ਾਬ ਹੋਰ ਸਮਾਨ ਪਿਆ ਹੈ। ਆਸੇ-ਪਾਸੇ ਕੰਧਾਂ ਦੇ ਉੱਤੇ ਵੱਡੇ-ਵੱਡੇ ਚਾਰਟ ਤੇ ਮਾਡਲ ਲੱਗੇ ਹੋਏ ਹਨ। ਉਸ ਤੋਂ ਬਾਅਦ ਲਾਇਬ੍ਰੇਰੀ ਬਾਰੇ ਆਪਾਂ ਦੱਸ ਸਕਦੇ ਹਾਂ ਕਿ ਲਾਇਬ੍ਰੇਰੀ ਬਹੁਤ ਹੀ ਸੋਹਣੀ ਸਜੀ ਹੋਈ ਹੈ। ਉਹਦੀਆਂ ਕੰਧਾਂ ਤੇ ਵਿਦਵਾਨਾਂ ਦੀਆਂ ਤਸਵੀਰਾਂ ਤੇ ਚਾਰਟ ਲੱਗੇ ਹੋਏ ਹਨ। ਬਹੁਤ ਸਾਰੀਆਂ ਅਲਮਾਰੀਆਂ ਨੇ ਲਾਇਬ੍ਰੇਰੀ ਦੇ ਵਿੱਚ, ਵਿਚਕਾਰ ਵੱਡੇ-ਵੱਡੇ ਮੇਜ਼ ਤੇ ਆਸੇ-ਪਾਸੇ ਬੈਠਣ ਦੇ ਲਈ ਕੁਰਸੀਆਂ ਨੇ। ਇੱਕ ਪਾਸੇ ਖੁੱਲੀਆਂ ਕਿਤਾਬਾਂ ਪਈਆਂ ਹੋਈਆਂ ਨੇ, ਸਾਰੇ ਵਿਸ਼ਿਆਂ ਦੀਆਂ ਕਿਤਾਬਾਂ, ਹਿੰਦੀ, ਪੰਜਾਬੀ, ਅੰਗਰੇਜ਼ੀ, ਆਮ ਗਿਆਨ ਦੀਆਂ, ਜਿੱਥੋਂ ਅਸੀਂ ਤਰ੍ਹਾਂ-ਤਰ੍ਹਾਂ ਦੀਆਂ ਕਿਤਾਬਾਂ ਲੈ ਕੇ ਪੜ੍ਹਦੇ ਹਾਂ ਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਹਾਂ। ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਮਿਊਜ਼ਿਕ ਰੂਮ ਜਾਂ ਡਰਾਇੰਗ ਰੂਮ ਹੈ। ਤਾਂ ਡਰਾਇੰਗ ਵਾਲਾ ਜਿਹੜਾ ਕਮਰਾ ਹੈ ਉਸ ਦੇ ਵਿੱਚ ਬੈਠ ਕੇ ਵਿਦਿਆਰਥੀ ਡਰਾਇੰਗ ਅਧਿਆਪਕ ਤੋਂ ਡਰਾਇੰਗ ਸਿੱਖਦੇ ਹਨ, ਜਾਂ ਮਿਊਜ਼ਿਕ ਦੇ ਕਮਰੇ ਦੇ ਵਿੱਚ ਮਿਊਜ਼ਿਕ ਵਾਲੇ ਅਧਿਆਪਕ ਤੋਂ ਮਿਊਜ਼ਿਕ ਦਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਇਹ ਕਮਰੇ ਵੀ ਬਹੁਤ ਸੋਹਣੇ ਸਜੇ ਹੋਏ ਹਨ ਤੇ ਇੱਥੇ ਡਰਾਇੰਗ ਜਾਂ ਮਿਊਜ਼ਿਕ ਨਾਲ ਸੰਬੰਧਿਤ ਸਾਜੋ ਸਮਾਨ ਪਿਆ ਹੈ। ਇਸ ਤੋਂ ਇਲਾਵਾ ਬੇਟਾ ਆਪਾਂ ਆਪਣੀ ROT ਲੈਬ ਜਾਂ ਪ੍ਰੋਜੈਕਟਰ ਕਮਰਾ ਹੈ ਜਿਹੜਾ, ਉਹਦੇ ਬਾਰੇ ਦੱਸ ਸਕਦੇ ਹਾਂ ਕਿ ਉਹ ਕਮਰੇ ਦੇ ਆਸੇ-ਪਾਸੇ ਪਰਦੇ ਲੱਗੇ ਹੋਏ ਹੈ। ਕਮਰਿਆਂ ਦੇ ਵਿੱਚ ਹਨੇਰਾ ਹੈ ਤਾਂ ਜੋ ਸਕਰੀਨ ਸਾਫ਼ ਦਿਖਾਈ ਦੇਵੇ। ਇਹਨਾਂ ਦੇ ਵਿੱਚ ਕਾਲੀਨ ਵਿਛੇ ਹੋਏ ਹੈ ਜਾਂ ਕੁਰਸੀਆਂ ਲੱਗੀਆਂ ਹੋਈਆਂ ਨੇ ਜਿੱਥੇ ਸਾਰੀ ਕਲਾਸ ਬੈਠ ਕੇ
ਸਕਰੀਨ ਤੇ ਆਉਂਦਾ ਹੋਇਆ ਆਪਣਾ ਅਸੀਂ ਲੈਕਚਰ ਹੈ ਜਿਹੜਾ ਉਹ ਸੁਣ ਲੈਂਦੇ ਹਾਂ। ਫਿਰ ਅਸੀਂ ਦੱਸਦੇ ਹਾਂ ਕਿ ਸਕੂਲ ਦੀ ਪੜ੍ਹਾਈ ਸਾਡੀ ਮੰਨੀ ਹੋਈ ਹੈ ਆਸੇ-ਪਾਸੇ ਦੇ ਇਲਾਕੇ ਦੇ ਵਿੱਚ, ਕਿਉਂਕਿ ਇੱਥੇ ਜਿੰਨੀ ਗਿਣਤੀ ਤੁਹਾਡੇ ਅਧਿਆਪਕਾਂ ਦੀ ਹੋਵੇ ਤੁਸੀਂ ਦੱਸ ਸਕਦੇ ਹੋ। 15 ਅਧਿਆਪਕ ਹੈ, 20 ਅਧਿਆਪਕ ਨੇ, ਜਿੰਨੇ ਵੀ ਨੇ ਉਹ ਬਹੁਤ ਮਿਹਨਤੀ ਹੈ ਤੇ ਵਿਦਿਆਰਥੀਆਂ ਤੋਂ ਬਹੁਤ ਮਿਹਨਤ ਕਰਵਾਉਂਦੇ ਹੈ, ਜਿਸ ਦੇ ਕਾਰਨ ਸਾਡੇ ਸਕੂਲ ਦਾ ਨਤੀਜਾ ਹਮੇਸ਼ਾ ਬਹੁਤ ਹੀ ਵਧੀਆ ਆਉਂਦਾ ਹੈ। ਫਿਰ ਪੜ੍ਹਾਈ ਦੇ ਨਾਲ ਖੇਡਾਂ ਵੀ ਜ਼ਰੂਰੀ ਹੈ, ਤਾਂ ਆਪਾਂ ਖੇਡਾਂ ਬਾਰੇ ਦੱਸਣਾ ਹੈ ਕਿ ਸਾਡਾ ਸਕੂਲ ਖੇਡਾਂ ਵਿੱਚ ਵੀ ਬਹੁਤ ਅੱਗੇ ਹੈ। ਤਾਂ ਸਾਡੇ ਸਕੂਲ ਦੀ ਫੁੱਟਬਾਲ ਦੀ ਟੀਮ ਬਹੁਤ ਮਸ਼ਹੂਰ ਹੈ, ਜਾਂ ਸਾਡੇ ਸਕੂਲ ਦੀ ਕਬੱਡੀ ਦੀ ਟੀਮ ਬਹੁਤ ਮਸ਼ਹੂਰ ਹੈ। ਉਹ ਹਮੇਸ਼ਾ ਜਿੱਤ ਕੇ ਹੀ ਵਾਪਸ ਆਉਂਦੀ ਹੈ। ਤਾਂ ਸਾਡੇ ਖਿਡਾਰੀਆਂ ਨੇ ਖੇਡਾਂ 'ਚ ਵੀ ਬਹੁਤ ਮੱਲਾਂ ਮਾਰੀਆਂ। ਤਾਂ ਇੱਥੇ ਵਿਦਿਆਰਥੀ ਆਪਣੀ ਮਨਭਾਉਂਦੀ ਖੇਡ ਦੇ ਵਿੱਚ ਭਾਗ ਲੈ ਸਕਦਾ ਹੈ। ਵਿਦਿਆਰਥੀ ਹੈ ਜਿਹੜੇ ਸਾਰੇ ਰਲ ਕੇ ਇੱਕ ਅਨੁਸ਼ਾਸਨ ਦੇ ਵਿੱਚ ਬੱਝ ਕੇ ਖੇਡਦੇ ਹੈ। ਤਾਂ ਅਨੁਸ਼ਾਸਨ ਵਿੱਚ ਵੀ ਮੇਰਾ ਸਕੂਲ ਹੈ ਜਿਹੜਾ ਉਹ ਬਹੁਤ ਮੰਨਿਆ ਹੋਇਆ ਹੈ। ਵਿਦਿਆਰਥੀ ਸਿਰਫ ਆਪਣੀ ਵਰਦੀ ਪਹਿਨ ਕੇ ਹੀ ਸਕੂਲ ਆ ਸਕਦੇ ਹੈ, ਸਮੇਂ ਸਿਰ ਸਕੂਲ ਆਉਂਦੇ ਹੈ। ਤਾਂ 8 ਦੇ 8 ਪੀਰੀਅਡ ਬਹੁਤ ਮਿਹਨਤ ਦੇ ਨਾਲ ਪੜ੍ਹਾਈ ਹੁੰਦੀ ਹੈ। ਕੋਈ ਵੀ ਵਿਦਿਆਰਥੀ ਆਪਣਾ ਪੀਰੀਅਡ ਛੱਡ ਕੇ ਇੱਧਰ ਉੱਧਰ ਨਹੀਂ ਜਾ ਸਕਦਾ, ਨਾ ਉਹ ਸਕੂਲ ਦੀ ਕਿਸੇ ਚੀਜ਼ ਦਾ ਕੋਈ ਨੁਕਸਾਨ ਕਰ ਸਕਦਾ ਹੈ। ਸਕੂਲ ਦੀ ਇਮਾਰਤ ਜਾਂ ਸਕੂਲ ਦੇ ਵਿੱਚ ਲੱਗੇ ਹੋਏ ਫੁੱਲ ਬੂਟੇ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਕੋਈ ਵਿਦਿਆਰਥੀ ਨਹੀਂ ਕਰ ਸਕਦਾ। ਤਾਂ ਸਫਾਈ ਬਾਰੇ ਆਪਾਂ ਦੱਸਣਾ ਹੈ ਕਿ ਸਾਡੇ ਸਕੂਲ ਦੇ ਵਿੱਚ ਬਹੁਤ ਸੋਹਣੀ ਸਫਾਈ ਹੁੰਦੀ ਹੈ। ਸਾਰੀਆਂ ਜਮਾਤਾਂ ਸਵੇਰੇ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਫ਼ ਹੁੰਦੀਆਂ। ਥਾਂ ਥਾਂ ਤੇ ਕੂੜੇਦਾਨ ਪਏ ਹੈ, ਹਰ ਵਿਦਿਆਰਥੀ ਉਹਨਾਂ ਕੂੜੇਦਾਨਾਂ ਦੇ ਵਿੱਚ ਹੀ ਕੂੜਾ ਸਿੱਟਦਾ ਹੈ। ਕੋਈ ਵੀ ਫਾਲਤੂ ਕਾਗਜ਼ ਜਾਂ ਚੀਜ਼ ਇੱਧਰ ਉੱਧਰ ਨਹੀਂ ਸਿੱਟ ਸਕਦਾ। ਸਾਡੇ ਸਕੂਲ ਦੇ ਵਿੱਚ ਸਫਾਈ ਸੇਵਕ ਹਨ ਜਿਹੜੇ ਬਹੁਤ ਮਿਹਨਤ ਦੇ ਨਾਲ ਕੰਮ ਕਰਦੇ ਹੈ। ਤੇ ਸਾਡੇ ਸਕੂਲ ਦੇ ਪਖਾਨੇ ਹੈ ਜਿਹੜੇ ਉਹ ਵੀ ਹਮੇਸ਼ਾ ਸਾਫ਼ ਸੁਥਰੇ ਹੁੰਦੇ ਹੈ, ਕੋਈ ਗੰਦਗੀ ਹੈ ਜਿਹੜੀ ਉੱਥੇ ਨਹੀਂ ਹੁੰਦੀ। ਤਾਂ ਇਸ ਤੋਂ ਇਲਾਵਾ ਹੋਰ ਤੁਹਾਡੇ ਸਕੂਲ ਦੇ ਵਿੱਚ ਜਿਹੜੀਆਂ ਵੀ ਵਿਸ਼ੇਸ਼ਤਾਵਾਂ ਨੇ, ਜਿਵੇਂ ਰਸੋਈ ਹੈ, ਰਸੋਈ ਦੇ ਵਿੱਚ ਵੀ ਬਹੁਤ ਸਫਾਈ ਹੁੰਦੀ ਹੈ। ਖਾਣਾ ਬਣਾਉਣ ਵਾਲੀਆਂ ਸਾਡੀਆਂ ਆਂਟੀਆਂ ਬਹੁਤ ਸਫਾਈ ਰੱਖਦੀਆਂ ਨੇ ਤੇ ਉਹ ਸਾਨੂੰ ਬਹੁਤ ਪਿਆਰ ਦੇ ਨਾਲ ਗਰਮਾ ਗਰਮ ਖਾਣਾ ਦੁਪਹਿਰ ਨੂੰ ਖਵਾਉਂਦੀਆਂ ਨੇ। ਅਸੀਂ ਦੁਪਹਿਰ ਨੂੰ ਡਾਈਨਿੰਗ ਟੇਬਲ ਤੇ, ਜੇ ਤੁਹਾਡੇ ਡਾਈਨਿੰਗ ਹਾਲ ਬਣਿਆ ਹੋਇਆ ਹੈ, ਜਾਂ ਟਾਟਾਂ ਤੇ ਬੈਠ ਕੇ ਬਰਾਂਡੇ ਦੇ ਵਿੱਚ ਬਹੁਤ ਪਿਆਰ ਨਾਲ ਖਾਣਾ ਖਾਂਦੇ ਹਾਂ ਤੇ ਅੱਧੀ ਛੁੱਟੀ ਵੇਲੇ ਫਿਰ ਖੇਡਦੇ ਹਾਂ। ਇਸ ਤੋਂ ਇਲਾਵਾ ਬੇਟਾ ਕੰਪਿਊਟਰ ਲੈਬ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਦੱਸ ਸਕਦੇ ਹੋ ਕਿ ਕੰਪਿਊਟਰ ਲੈਬ ਦੇ ਵਿੱਚ ਸਾਡੇ ਕੰਪਿਊਟਰ ਦੇ ਅਧਿਆਪਕ ਹੈ ਜਿਹੜੇ ਉਹ ਸਾਨੂੰ ਕੰਪਿਊਟਰ ਬਾਰੇ ਸਿਖਲਾਈ ਦਿੰਦੇ ਹੈ। ਤਾਂ ਇੱਥੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸਿੱਖਦੇ ਹਾਂ, ਪੰਜਾਬੀ ਅੰਗਰੇਜ਼ੀ ਦੀ ਟਾਈਪਿੰਗ ਸਿੱਖਦੇ ਹਾਂ, ਪੇਂਟ ਕਰਨਾ ਸਿੱਖਦੇ ਹਾਂ ਤੇ ਹੋਰ ਨਵੀਆਂ ਨਵੀਆਂ ਗੱਲਾਂ ਸਿੱਖਦੇ ਹਾਂ। ਤਾਂ ਇਸ ਤਰ੍ਹਾਂ ਬੇਟਾ ਆਪਾਂ ਉਸ ਤੋਂ ਬਾਅਦ ਆਪਣਾ ਜਿਹੜਾ ਹੈ ਸਬਜ਼ੀਆਂ ਵਾਲਾ ਕੋਨਾ ਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ। ਖੇਤੀਬਾੜੀ ਵਾਲੇ ਵਿਦਿਆਰਥੀ ਉਹਨਾਂ ਦੀ ਦੇਖਭਾਲ ਕਰਦੇ ਹੈ, ਮਾਲੀ ਉਹਨਾਂ ਦੀ ਮਦਦ ਕਰਦਾ ਹੈ। ਤੇ ਨਾਲ ਹੀ ਜਿਹੜਾ ਸਾਡਾ ਜੜੀ ਬੂਟੀਆਂ ਵਾਲਾ ਬਾਗ ਹੈ ਉਸ ਦੇ ਵਿੱਚ ਸਾਇੰਸ ਅਧਿਆਪਕ ਦੀ ਮਦਦ ਦੇ ਨਾਲ ਹਰ ਇੱਕ ਹਾਊਸ ਦੇ ਵਿਦਿਆਰਥੀ ਤੇ ਮਾਲੀ ਉਹਨਾਂ ਦੀ ਦੇਖਭਾਲ ਕਰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਗੱਲਾਂ ਤੁਹਾਡੇ ਸਕੂਲ ਦੇ ਵਿੱਚ ਬੇਟਾ ਹੋਰ ਨਵੀਆਂ ਚੀਜ਼ਾਂ ਹੋ ਸਕਦੀਆਂ ਨੇ। ਹਰ ਸਕੂਲ ਦੀ ਆਪਣੀ ਆਪਣੀ ਕੋਈ ਨਾ ਕੋਈ ਵਿਸ਼ੇਸ਼ਤਾ ਹੁੰਦੀ ਹੈ, ਕੋਈ ਵਿਸ਼ੇਸ਼ ਗੱਲ ਹੁੰਦੀ ਹੈ ਜਿਸ ਨੂੰ ਤੁਸੀਂ ਇਸ ਲੇਖ ਦਾ ਹਿੱਸਾ ਬਣਾ ਸਕਦੇ ਹੋ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜ਼ਰੂਰੀ ਨਹੀਂ ਬੇਟਾ ਕਿ ਅਸੀਂ ਜੋ ਕਿਤਾਬ ਦੇ ਵਿੱਚ ਲੇਖ ਲਿਖਿਆ ਹੋਇਆ ਮੇਰੇ ਸਕੂਲ ਦਾ ਉਹੀ ਲੇਖ ਅਸੀਂ ਯਾਦ ਕਰਨਾ ਹੈ ਤੇ ਉਹੀ ਲੇਖ ਹੈ ਜਿਹੜਾ ਉਸ ਨੂੰ ਅਸੀਂ ਪੇਪਰ ਦੇ ਵਿੱਚ ਲਿਖਣਾ। ਇਸ ਤਰ੍ਹਾਂ ਬਿਲਕੁਲ ਨਹੀਂ। ਤੁਸੀਂ ਹਰ ਇੱਕ ਬੱਚੇ ਨੇ ਆਪੋ ਆਪਣੇ ਸਕੂਲ ਦੇ ਵਿੱਚ ਆਸੇ-ਪਾਸੇ ਧਿਆਨ ਦੇਣਾ ਹੈ, ਕਲਪਨਾ ਦੇ ਵਿੱਚ ਅੱਖਾਂ ਬੰਦ ਕਰਕੇ ਸਕੂਲ ਦਾ ਇੱਕ ਗੇੜਾ ਲਾਉਣਾ ਹੈ। ਉਸ ਤੋਂ ਬਾਅਦ ਇਹ ਲੇਖ ਲਿਖਣਾ ਤੁਹਾਡੇ ਲਈ ਬਿਲਕੁਲ ਵੀ ਔਖਾ ਨਹੀਂ। ਤੁਸੀਂ ਆਪਣੇ ਸਕੂਲ ਬਾਰੇ ਜਿੰਨਾ ਜਾਣਦੇ ਹੋ, ਆਪਣੇ ਅਧਿਆਪਕਾਂ ਬਾਰੇ ਜਿੰਨਾ ਜਾਣਦੇ ਹੋ,
ਸਕੂਲ ਦੇ ਕਮਰਿਆਂ ਤੋਂ ਇਲਾਵਾ ਹੋਰ ਕੀ ਕੁਛ ਹੈ, ਖੇਡਾਂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪੋ ਆਪਣੇ ਵਿਚਾਰ ਇਸ ਲੇਖ ਦੇ ਵਿੱਚ ਲਿਖ ਸਕਦੇ ਹੋ। ਬਸ ਧਿਆਨ ਇਹ ਦੇਣਾ ਹੈ ਕਿ ਸ਼ੁਰੂ ਦੇ ਵਿੱਚ ਅਸੀਂ ਭੂਮਿਕਾ ਆਪਣੇ ਮਨ ਦੇ ਵਿੱਚ ਕੁਝ ਜਿਹੜੇ ਪੁਆਇੰਟ ਨੇ ਉਹਨਾਂ ਨੂੰ ਆਪਾਂ ਬਿਲਕੁਲ ਸਪਸ਼ਟ ਕਰ ਲੈਣਾ ਹੈ ਕਿ ਆਪਾਂ ਸ਼ੁਰੂ ਦੇ ਵਿੱਚ ਭੂਮਿਕਾ ਦੇਣੀ ਹੈ। ਉਸ ਤੋਂ ਬਾਅਦ ਅਸੀਂ ਇਮਾਰਤ ਬਾਰੇ ਕੋਸ਼ਿਸ਼ ਕਰਾਂਗੇ ਦੱਸ ਦੇਈਏ, ਫਿਰ ਉਸ ਤੋਂ ਬਾਅਦ ਅਸੀਂ ਪੜ੍ਹਾਈ ਬਾਰੇ ਜਾਂ ਖੇਡਾਂ ਬਾਰੇ ਦੱਸ ਦੇਈਏ, ਫਿਰ ਅਸੀਂ ਅਨੁਸ਼ਾਸਨ ਬਾਰੇ ਦੱਸ ਦੇਈਏ, ਸਫਾਈ ਬਾਰੇ ਦੱਸ ਦੇਈਏ। ਉਸ ਤੋਂ ਬਾਅਦ ਕੁਝ ਹੋਰ ਵਿਸ਼ੇਸ਼ ਚੀਜ਼ਾਂ ਜਿਹੜੀਆਂ ਹਰ ਸਕੂਲ 'ਚ ਨਹੀਂ ਹੁੰਦੀਆਂ, ਕਿਸੇ 'ਚ ਹੁੰਦੀਆਂ, ਕਿਸੇ 'ਚ ਨਹੀਂ ਹੁੰਦੀਆਂ, ਉਹਨਾਂ ਬਾਰੇ ਦੱਸ ਦੇਈਏ। ਤੇ ਅਖੀਰ ਤੇ ਸਾਨੂੰ ਸਾਰਿਆਂ ਨੂੰ ਹੀ ਆਪਣਾ ਸਕੂਲ ਬਹੁਤ ਪਿਆਰਾ ਹੁੰਦਾ ਹੈ, ਤਾਂ ਅਸੀਂ ਆਪਣੇ ਸਕੂਲ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਣਾ ਹੈ ਕਿ ਮੈਨੂੰ ਮੇਰਾ ਸਕੂਲ ਹੈ ਜਿਹੜਾ ਉਹ ਬਹੁਤ ਹੀ ਚੰਗਾ ਲੱਗਦਾ ਹੈ। ਜਿੰਨੀ ਮੈਂ ਆਪਣੇ ਸਕੂਲ ਦੀ ਸਿਫਤ ਕਰਾਂ ਉਨੀ ਥੋੜੀ ਹੈ। ਇਹ ਇੱਕ ਆਦਰਸ਼ਕ ਸਕੂਲ ਹੈ ਤੇ ਮੇਰੀ ਰੱਬ ਅੱਗੇ ਦੁਆ ਹੈ ਕਿ ਇਹ ਹਮੇਸ਼ਾ ਹੀ ਚੜ੍ਹਦੀਆਂ ਕਲਾ ਦੇ ਵਿੱਚ ਰਹੇ। ਇਸ ਲੇਖ ਵਿੱਚ ਬੇਟਾ ਮੈਂ ਕਈ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਲੇਖ ਆਸਾਨੀ ਨਾਲ ਸਮਝ ਆ ਜਾਵੇ, ਪਰ ਆਪਾਂ ਪੰਜਾਬੀ ਦੇ ਵਿੱਚ ਇਹਨਾਂ ਅੰਗਰੇਜ਼ੀ ਦੇ ਸ਼ਬਦਾਂ ਦੀ ਥਾਂ ਜੇ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਕਰੀਏ ਤਾਂ ਫਿਰ ਸਾਡੀ ਜਿਹੜੀ ਰਚਨਾ ਹੈ ਉਹ ਜ਼ਿਆਦਾ ਚੰਗੀ ਲੱਗੂਗੀ। ਜਿਵੇਂ ਗਰਾਊਂਡ ਦੀ ਥਾਂ ਤੇ ਮੈਦਾਨ, ਸਾਇੰਸ ਲੈਬ ਦੀ ਥਾਂ ਤੇ ਵਿਗਿਆਨ ਪ੍ਰਯੋਗਸ਼ਾਲਾ, ਡਾਈਨਿੰਗ ਰੂਮ ਦੀ ਥਾਂ ਤੇ ਖਾਣੇ ਵਾਲਾ ਕਮਰਾ, ਕੰਪਿਊਟਰ ਲੈਬ ਦੀ ਥਾਂ ਤੇ ਕੰਪਿਊਟਰ ਪ੍ਰਯੋਗਸ਼ਾਲਾ, ਮਿਊਜ਼ਿਕ ਰੂਮ ਦੀ ਥਾਂ ਤੇ ਸੰਗੀਤ ਵਾਲਾ ਕਮਰਾ, ਡਰਾਇੰਗ ਰੂਮ ਦੀ ਥਾਂ ਤੇ ਚਿੱਤਰਕਲਾ ਵਾਲਾ ਕਮਰਾ। ਤਾਂ ਇਸ ਤਰ੍ਹਾਂ ਬੇਟਾ ਇਹ ਸ਼ਬਦ ਹੈ ਜਿਹੜੇ ਆਪਾਂ ਸਕੂਲ 'ਚ ਆਮ ਵਰਤਦੇ ਹਾਂ, ਇਸ ਲਈ ਸੌਖੀ ਤਰ੍ਹਾਂ ਨਾਲ ਸਮਝ ਆ ਜਾਂਦੇ ਹੈ। ਪਰ ਅਸਲ ਦੇ ਵਿੱਚ ਪੰਜਾਬੀ ਲਿਖਦਿਆਂ ਬੋਲਦਿਆਂ ਇਹਨਾਂ ਸ਼ਬਦਾਂ ਦੀ ਵਰਤੋਂ ਹੈ ਜਿਹੜੀ ਉਹ ਸਾਨੂੰ ਨਹੀਂ ਕਰਨੀ ਚਾਹੀਦੀ, ਸਗੋਂ ਇਹਨਾਂ ਦੀ ਥਾਂ ਤੇ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਹੀ ਜੇ ਕੀਤੀ ਜਾਵੇ ਤਾਂ ਰਚਨਾ ਜ਼ਿਆਦਾ ਪ੍ਰਭਾਵਸ਼ਾਲੀ ਬਣਦੀ ਹੈ।